ਸਵਾਗਤ ਕਾਲੇ ਸਮਿਆਂ 'ਚ ਕਾਲੀ ਚਾਹ ਤੇ ਤੁਹਾਡਾ ਸਾਥ। ਸਵੇਰ ਦੇ ਸੈਗਮੈਂਟ 'ਚ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਕੁਝ ਬਹੁਤ ਜ਼ਰੂਰੀ ਨੁਕਤੇ, ਬਹੁਤ ਜ਼ਰੂਰੀ ਖਬਰਾਂ, ਜਿਨ੍ਹਾਂ ਦੇ ਉੱਤੇ ਕੁਝ ਗੈਸਟ ਵੀ ਲਵਾਂਗੇ। ਆਓ ਇਸ ਸਫ਼ਰ ਤੇ ਅੱਗੇ ਵਧਦੇ ਹਾਂ। ਸਭ ਤੋਂ ਪਹਿਲਾਂ ਇੱਕ ਬਹੁਤ ਛੋਟੀ ਖਬਰ ਪਰ ਬਹੁਤ ਅਹਿਮ। ਚੁਗਾਵਾਂ ਬਲਾਕ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਕ੍ਰਾਂਤੀਕਾਰੀ ਬਲਾਕ ਹੈ ਔਰ ਇਹਦੇ ਵਿੱਚ ਇੱਕ ਪੰਚਾਇਤ ਡਾਲਾ ਉਹਨੇ ਖੇਤੀ ਆਰਡੀਨੈਂਸਾਂ ਦੇ ਖਿਲਾਫ ਮਤਾ ਲੈਣ ਦਾ, ਔਰ ਇਹਨੂੰ ਮੇਰੇ ਲਈ ਸਭ ਤੋਂ ਵੱਡੀ ਕ੍ਰਾਂਤੀਕਾਰੀ ਖਬਰ ਵਜੋਂ ਲਿਆ ਜਾਣਾ ਬਹੁਤ ਅਹਿਮ ਆ। ਕਿਉਂਕਿ ਜਦੋਂ ਅੱਜ ਸਾਰੇ ਵਿਰੋਧ ਸਿਰਫ ਦਿਖਾਉਣ ਦੀ ਰਸਮ ਮਾਤਰ ਹੈ ਤੇ ਉਦੋਂ ਪ੍ਰੈਕਟੀਕਲੀ ਜੇ ਕੋਈ ਵਿਰੋਧ ਹੈ ਤੇ ਕਿਸੇ ਸੰਵਿਧਾਨਕ ਸੰਸਥਾ ਵੱਲੋਂ ਪਹਿਲਾ ਵਿਰੋਧ ਹੈ। ਖੇਤੀ ਆਰਡੀਨੈਂਸਸ ਔਰ ਬਿਜਲੀ ਦੇ ਜਿਹੜੇ ਆਰਡੀਨੈਂਸ ਨੇ ਉਹਨਾਂ ਦੇ ਖਿਲਾਫ ਇਹ ਪੰਚਾਇਤ ਨੇ ਤਗੜਾ ਹਮਲਾ ਮਾਰਿਆ। ਸਾਰੀ ਪੰਚਾਇਤ ਨੂੰ ਸ਼ਾਬਾਸ਼ ਦੇਣ ਨੂੰ ਜੀ ਕਰਦਾ ਹੈ। ਇਹ ਉਹ ਲੋਕ ਨੇ ਜਿਹੜੇ ਲੋਕ ਚੇਤਨ ਨੇ। ਹੋ ਸਕਦਾ ਇਸ ਪੰਚਾਇਤ ਦੇ ਵਿੱਚ, ਇਸ ਪਿੰਡ ਦੇ ਵਿੱਚ ਕੋਈ ਬਹੁਤ ਕਾਮਰੇਡ ਕਿਸਮ ਦਾ ਪੜ੍ਹਿਆ ਲਿਖਿਆ ਇਨਸਾਨ ਹੋਵੇ, ਕੋਈ ਬਿਹਤਰੀਨ ਅਕਾਲੀ ਹੋਵੇ, ਕੋਈ ਬਿਹਤਰੀਨ ਕਾਂਗਰਸੀ ਹੋਵੇ, ਕੋਈ ਬਹੁਤ ਮਾਹਿਰ ਹੋਵੇ ਜਿਹਨੂੰ ਪਤਾ ਹੋਵੇ ਕਿ ਵਿਰੋਧ ਦਾ ਇਹ ਵੀ ਤਰੀਕਾ ਹੈ ਚੁਫਾਲ ਵਿੱਚ ਜਾਣਾ ਤੇ ਸਰੇਰਾਹ ਟ੍ਰੈਫਿਕ ਜਾਮ ਕਰ ਦੇਣਾ। ਇਹ ਪਾ ਸਕਦਾ ਸੀਗਾ। ਸੋ ਮੈਨੂੰ ਬੜਾ ਚੰਗਾ ਲੱਗਿਆ ਕਿ ਕੋਈ ਪੰਚਾਇਤ ਇਸ ਗੱਲ ਵੱਲ ਔਲੀ ਹੈ। ਪੰਚਾਇਤ ਨੂੰ ਸਭ ਤੋਂ ਵੱਡਾ ਇਕਾਈ ਦੱਸ ਕੇ ਇਸ ਲੋਕਤੰਤਰ ਦੀ ਜਾਨ, ਜਿੰਦ ਜਾਨ ਦੱਸਿਆ ਜਾਂਦਾ। ਸੋ ਇੱਥੋਂ ਵਿਰੋਧ ਆਉਣਾ ਤੇ ਬੜਾ ਪ੍ਰੈਕਟੀਕਲ ਵਿਰੋਧ ਆਉਣਾ, ਵਿਹਾਰਕ ਕਿਸਮ ਦਾ ਵਿਰੋਧ ਆਉਣਾ, ਸੰਵਿਧਾਨਕ ਵਿਰੋਧ ਆਉਣਾ, ਇਹਨੂੰ ਖੈਰ ਮਕਦਮ ਜੀ ਆਇਆਂ। ਦੂਜੀ ਖਬਰ ਬਹੁਤ ਅਹਿਮ ਆ। ਸੀਨੀਅਰ ਜਰਨਲਿਸਟ ਚਰਨਜੀਤ ਭੁੱਲਰ, ਅਸੀਂ ਅਕਸਰ ਉਹਦੀ ਖੋਜੀ ਪੱਤਰਕਾਰਤਾ ਦਾ ਜ਼ਿਕਰ ਕਰਦੇ ਹਾਂ। ਅੱਜ ਇੱਕ ਰਿਪੋਰਟ ਨਸ਼ਰ ਹੋਈ ਹੈ ਉਹਦੇ ਨਾਂ ਥੱਲੇ। ਉਹਦੇ ਵਿੱਚ ਬਿਜਲੀ ਸਮਝੌਤਿਆਂ ਨੂੰ ਲੈ ਕੇ ਬੜੇ ਸਵਾਲ ਉਠਾਏ ਗਏ ਆ, ਜਿਹਦੇ ਵਿੱਚ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਗੱਠਜੋੜ ਨੂੰ ਨੰਗਾ ਕੀਤਾ ਗਿਆ। ਇਹਦੇ ਵਿੱਚ ਬਹੁਤ ਸਾਰੇ ਅਫਸਰਾਂ ਵੱਲੋਂ ਮਨਮਾਨੀਆਂ ਦੀ ਜਿਹੜੀ ਬਦਬੂ ਆ ਤੇ ਕੰਸੋ ਹੈ ਉਹ ਰਲੀ ਮਿਲੀ ਹੈ। ਨੱਕ ਸਾੜਦੀ ਹੈ, ਦਿਲ ਤੇ ਤਕਲੀਫ ਪਹੁੰਚਾਉਂਦੀ ਆ। ਲੇਕਿਨ ਸ਼ਾਬਾਸ਼ ਚਰਨਜੀਤ ਭੁੱਲਰ ਦੇ ਜਿਹੜਾ ਇਹੋ ਜਿਹੀਆਂ ਖਬਰਾਂ ਕੱਢ ਲਿਆਉਂਦਾ। ਇਹਦੇ ਸੰਬੰਧੀ ਸਾਡੇ ਨਾਲ ਸਰਦਾਰ ਦਰਸ਼ਨ ਸਿੰਘ ਭੁੱਲਰ, ਜਿਹੜੇ ਕਿ ਇਹਨਾਂ ਅਦਾਰਿਆਂ ਨਾਲ ਬਹੁਤ ਵੱਡੇ ਪੱਧਰ ਤੇ ਜੁੜੇ ਰਹੇ ਆ, ਬਹੁਤ ਵੱਡੇ ਅਧਿਕਾਰੀ ਵਜੋਂ ਰਿਟਾਇਰ ਹੋਏ ਆ, ਉਹਨਾਂ ਨੂੰ ਨਾਲ ਲੈਂਦੇ ਆ, ਉਹਨਾਂ ਦੀ ਰਾਏ ਪੁੱਛ ਲੈਂਦੇ ਆ। ਕਿਉਂਕਿ ਮੈਂ ਗੱਲ ਕਰੂੰਗਾ, ਮੇਰੇ ਨਾਲੋਂ ਟੈਕਨੀਕੈਲਿਟੀਜ਼ ਜ਼ਿਆਦਾ ਦੱਸ ਸਕਦੇ ਆ, ਤਕਨੀਕੀ ਤੌਰ ਤੇ ਪੁੱਛਦੇ ਆ ਕਿ ਜੇ 2000 ਮੈਗਾਵਾਟ ਦੀ ਸਿਧਾਂਤਕ ਪ੍ਰਵਾਨਗੀ ਸੀ ਤੇ 3500 ਮੈਗਾਵਾਟ ਕਿਹਨੇ ਕਰਤੇ? ਜੇਕਰ ਕੋਲਾ ਸਸਤਾ ਲਿਆ ਜਾ ਸਕਦਾ ਸੀ ਤੇ ਮਹਿੰਗਾ ਕਿਹਨੇ ਖਰੀਦਿਆ? ਜੇਕਰ ਇਹ ਆਡਿਟ ਹੋਣੇ ਸੀ, ਇਹਨਾਂ ਸਮਝੌਤਿਆਂ ਨੂੰ ਬਾਹਰ ਕਿਉਂ ਰੱਖ ਲਿਆ ਗਿਆ? ਇਹ ਫਾਈਲਾਂ ਲੁਕਾ ਕਿਉਂ ਲਈਆਂ ਗਈਆਂ? ਭੁੱਲਰ ਸਾਹਿਬ, ਸਵਾਗਤ ਹੈ ਤੁਹਾਡਾ ਚਾਹ ਦੇ ਕੱਪ ਤੇ। ਸਾਡੇ ਨਾਲ ਨੇ ਡਿਪਟੀ ਚੀਫ ਇੰਜੀਨੀਅਰ ਦਰਸ਼ਨ ਭੁੱਲਰ ਜੀ। ਜਦੋਂ ਲਿਖਦੇ ਆ ਤੇ ਅੱਖਾਂ 'ਚ ਅਥਰੂ ਲਿਆ ਦਿੰਦੇ, ਗਲਾ ਭਾਰਾ ਕਰ ਦਿੰਦੇ ਆ। ਸਾਹਿਤਕਾਰ ਹੋਣਾ, ਇੰਜੀਨੀਅਰ ਹੋਣਾ ਦੋ ਵੱਖਰੇ ਕਸਬ ਨੇ। ਲੇਕਿਨ ਅੱਜ ਦਾ ਦਰਦ ਜਿਹੜਾ ਮੈਨੂੰ ਦੱਸਿਓ ਭੁੱਲਰ ਸਾਹਿਬ, ਤੁਹਾਡੇ ਚਰਨਜੀਤ ਭੁੱਲਰ ਸਾਡੇ ਪੱਤਰਕਾਰ ਭਰਾ ਜਦੋਂ ਲਿਖਦੇ ਆ ਕਿ ਇੱਥੇ ਬੜੀਆਂ ਧਾਂਦਲੀਆਂ, ਤੇ ਜਰਾ ਮੈਨੂੰ ਖੁੱਲ ਕੇ ਦੱਸਿਓ ਕਿ ਇਹਦੇ ਅਰਥ ਕੀ ਨੇ ਜੋ ਅੱਜ ਦੀ ਇਹ ਰਿਪੋਰਟ ਹੈ। ਧੰਨਵਾਦ ਰੰਧਾਵਾ ਸਾਹਿਬ। ਔਰ ਜੋ ਅੱਜ ਦੀ ਰਿਪੋਰਟ ਆ ਜੀ, ਇਹਦੇ ਵਿੱਚ ਮੁੱਖ ਤੌਰ ਤੇ ਮੈਂ ਤਿੰਨ ਗੱਲਾਂ ਜਿਹੜੀਆਂ ਉਹਨਾਂ ਨੇ ਰਿਪੋਰਟ ਦੇ ਵਿੱਚ ਕਵਰ ਕੀਤੀਆਂ ਨੇ, ਉਜਾਗਰ ਕੀਤੀਆਂ ਨੇ, ਉਹਨਾਂ ਬਾਰੇ ਮੈਂ ਤੁਹਾਡੇ ਨਾਲ ਇਹ ਸਾਂਝ ਪਾਵਾਂਗਾ। ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹੀ ਆ ਕਿ ਜਿਹੜਾ ਕਪੈਸਿਟੀ ਐਡੀਸ਼ਨ ਸੀਗਾ ਉਹ 2000 ਮੈਗਾਵਾਟ ਚਾਹੀਦਾ ਸੀਗਾ, ਜਦੋਂ ਕਿ ਉਸਨੂੰ 3380 ਮੈਗਾਵਾਟ ਕਰ ਦਿੱਤਾ ਗਿਆ ਜੀ। ਜਦੋਂ ਕਿ ਗਵਰਨਮੈਂਟ ਵੱਲੋਂ ਈਵਨ ਖਬਰ 'ਚ ਜਿਵੇਂ ਦੱਸਿਆ ਗਿਆ ਕਿ ਮੰਤਰੀ ਮੰਡਲ ਵੱਲੋਂ ਤਾਂ ਇੰਨਾ ਹੀ ਕਿਹਾ ਗਿਆ ਸੀਗਾ, ਪਰ ਜਿਹੜੇ ਉਸ ਵੇਲੇ ਦੇ ਕੋਈ ਅਧਿਕਾਰੀ ਸਨ, ਪਤਾ ਨਹੀਂ ਉਹਨਾਂ ਨੇ ਕਿਉਂ ਇਹ 2000 ਮੈਗਾਵਾਟ ਨੂੰ 3380 ਮੈਗਾਵਾਟ ਕਪੈਸਿਟੀ ਐਡੀਸ਼ਨ ਕਰ ਦਿੱਤਾ ਗਿਆ। ਔਰ ਇਸ ਐਡੀਸ਼ਨ ਦਾ ਹੈਗਾ ਜਿਹੜਾ ਸਾਨੂੰ ਖਮਿਆਜਾ ਸਾਰੇ ਪੰਜਾਬ ਨੂੰ ਇਸ ਵੇਲੇ ਭੁਗਤਣਾ ਪੈ ਰਿਹਾ। ਜਿਹੜੇ ਅਸੀਂ ਕਪੈਸਿਟੀ ਚਾਰਜ ਦੇ ਰਹੇ ਹਾਂ ਬਿਨਾਂ ਬਿਜਲੀ ਵਰਤੇ, ਤੁਸੀਂ ਹੈਰਾਨ ਹੋਵੋਗੇ ਕਿ ਇਸ ਵਰ੍ਹੇ ਦੌਰਾਨ ਅਸੀਂ 8570 ਮਿਲੀਅਨ ਯੂਨਿਟ ਬਿਜਲੀ ਦੇ ਪੈਸੇ 976 ਕਰੋੜ ਰੁਪਇਆ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਗਾ ਬਿਨਾਂ ਬਿਜਲੀ ਵਰਤੇ। ਔਰ ਹੈਰਾਨੀ ਦੀ ਗੱਲ ਇਹ ਵੀ ਹੋਊਗੀ, ਤੁਸੀਂ ਦੇਖੋਗੇ ਕਿ ਤਕਰੀਬਨ 8 ਸਟੇਟਸ ਛੋਟੀਆਂ ਛੋਟੀਆਂ ਜਿਵੇਂ ਮਿਜ਼ੋਰਮ ਹੈ, ਸਿੱਕਮ ਹੈ, ਅਰੁਣਾਚਲ ਪ੍ਰਦੇਸ਼ ਹੈ, ਮੇਘਾਲਿਆ, ਈਵਨ ਚੰਡੀਗੜ੍ਹ, ਯੂਟੀ, ਇਹਨਾਂ ਦੀ ਕੁੱਲ ਡਿਮਾਂਡ ਬਣਦੀ ਹੈਗੀ ਆ 8016 ਮਿਲੀਅਨ ਯੂਨਿਟ, ਤੇ ਅਸੀਂ ਪੰਜਾਬ ਨੇ 8570 ਮਿਲੀਅਨ ਯੂਨਿਟ ਜਿਹੜੀ ਇਹ ਕਪੈਸਿਟੀ ਐਡ ਕੀਤੀ ਗਈ ਆ ਬੇਲੋੜੀ, ਉਹਦੇ ਕਰਕੇ ਬਿਨਾਂ ਬਿਜਲੀ ਵਰਤੇ ਪੈਸੇ ਦੇ ਦਿੱਤੇ ਗਏ। ਸੋ ਇਹ ਬਿਲਕੁਲ ਜੋ ਖਬਰ ਦੇ ਵਿੱਚ ਕਿਹਾ ਗਿਆ ਗਾ
ਕਿ ਕਪੈਸਿਟੀ ਦਾ ਜਿਹੜਾ ਐਡੀਸ਼ਨ ਕੀਤਾ ਗਿਆ ਉਹ ਬਿਨਾਂ ਕਿਸੇ ਵਜ੍ਹਾ ਦੇ ਜਾਂ ਹੋਰ ਕਾਰਨਾਂ ਦੇ ਕਰਕੇ 2000 ਨੂੰ 3380 ਮੈਗਾਵਾਟ ਕਰ ਦਿੱਤਾ ਗਿਆ। ਅਗਲਾ ਜਿਹੜਾ ਹੈਗਾ ਜੀ, ਉਹਨਾਂ ਨੇ ਇੱਕ ਇਹ ਖਬਰ ਦੇ ਵਿੱਚ ਉਠਾਇਆ ਕਿ ਜਿਹੜੀ ਕੋਲੇ ਦਾ ਗੱਲ ਹੈਗੀ ਆ ਕਿ ਇਹ ਪਲਾਂਟਾਂ ਨੂੰ ਕੋਲਾ ਪਿਛਵਾੜਾ ਖਾਨ ਹੈਗੀ ਸੀ, ਹੁਣ ਤਾਂ ਹੈਗੀ ਸੀ ਕਹਾਂਗੇ, ਕਿ ਉਹਨਾਂ ਤੋਂ ਰਿਕਮੈਂਡ ਕੀਤਾ ਗਿਆ ਸੀ। ਬੋਰਡ ਆਫ ਡਾਇਰੈਕਟਰ ਨੇ ਵੀ, ਚੀਫ ਇੰਜੀਨੀਅਰ ਪ੍ਰੋਜੈਕਟ ਨੇ ਵੀ ਰਿਕਮੈਂਡ ਕੀਤਾ ਸੀ ਕਿ ਕੋਲਾ ਇਹਨਾਂ ਪ੍ਰੋਜੈਕਟਾਂ ਵਾਸਤੇ ਦੋ ਜਿਹੜੇ 3380 ਮੈਗਾਵਾਟ ਦੇ ਰਿਕਮੈਂਡ ਕੀਤੇ ਗਏ ਸੀ, ਉਹ ਕੋਲਾ ਉਹਨਾਂ ਦੀ ਜਿਹੜੀ ਪਿਛਵਾੜਾ ਖਾਨਾ ਉਹ ਤੋਂ ਲਿਆ ਜਾਵੇ। ਪਰ ਪਤਾ ਨਹੀਂ ਕਿਉਂ ਕਿ ਇਹ ਸਾਰਾ ਕੁਝ ਓਵਰ ਰੂਲ ਕਰਕੇ ਉਹਨਾਂ ਨੂੰ ਕੋਲ ਇੰਡੀਆ ਤੋਂ ਕੋਲਾ ਲੈਣ ਵਾਸਤੇ ਕਹਿ ਦਿੱਤਾ ਗਿਆ। ਸੋ ਇਹਦੇ ਨਾਲ ਜਿਹੜਾ ਕੋਲਾ ਪਿਛਵਾੜਾ ਖਾਨ ਦਾ ਕੋਲਾ ਸੀ ਉਹ ਬਹੁਤ ਵਧੀਆ ਕੁਆਲਿਟੀ ਦਾ ਕੋਲਾ ਹੁੰਦਾ ਜੀ। ਵਧੀਆ ਕੁਆਲਿਟੀ ਦਾ ਕੋਲਾ ਜਦੋਂ ਸਾਡੇ ਪ੍ਰੋਡਕਸ਼ਨ ਦੀ ਉਹ ਘਟ ਜਾਂਦੀ ਹੈਗੀ। ਤੇ ਇਸ ਵੇਲੇ ਤਕਰੀਬਨ ਜਿਵੇਂ ਖਬਰ 'ਚ ਬਿਲਕੁਲ ਠੀਕ ਹੀ ਦੱਸਿਆ ਉਹਨਾਂ ਦੇ ਅੰਕੜੇ ਬਿਲਕੁਲ ਸਹੀ ਨੇਗੇ, ਉਹ ਡਾਕੂਮੈਂਟ ਬੇਸਡ ਹੈਗੇ ਆ। ਔਰ 300 ਕਰੋੜ ਰੁਪਈਆ ਅਸੀਂ ਮਤਲਬ ਸਿਰਫ ਇਸ ਕਰਕੇ ਦੇ ਰਹੇ ਹਾਂ ਕਿ ਵਧੀਆ ਕੁਆਲਿਟੀ ਦਾ ਕੋਲਾ ਨਹੀਂ ਵਰਤਿਆ ਜਾ ਰਿਹਾ। ਤੇ ਤੀਸਰਾ ਨੁਕਤਾ ਜਿਹੜਾ ਮੈਂ ਸਮਝਦਾ ਹੈਗਾ, ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਆਡਿਟ ਹੈਗੀ ਉਹ ਆਡਿਟ ਉਦੋਂ ਤੋਂ ਕਿਉਂ ਸਿਰਫ 2013 ਤੋਂ ਹੀ ਕਿਉਂ ਕਰਨ ਵਾਸਤੇ ਕਿਹਾ ਜਾ ਰਿਹਾ। ਇਹ 2010 ਤੋਂ ਜਦੋਂ ਤੋਂ ਇਹ ਪਲਾਂਟ ਲੱਗੇ ਨੇ ਉਹਨਾਂ ਵਿੱਚੋਂ ਕਿਉਂ ਬਾਹਰ ਕਰਤੇ ਗਏ, ਜਿਹੜੇ ਨਿੱਜੀ ਸਮਝੌਤੇ ਹੋਇਆ PPA ਉਹ ਆਡਿਟ ਦੇ ਵਿੱਚੋਂ ਕਿਉਂ ਬਾਹਰ ਰੱਖੇ ਗਏ ਨੇ। ਉਹ ਸਿਰਫ ਤੇ ਸਿਰਫ ਇਹ ਕਿ ਉਹ ਜਿਹੜਾ ਆਡਿਟ ਜਾਂ ਵਾਈਟ ਪੇਪਰ ਜੋ ਬਣਾਉਣਾ ਹੈਗਾ ਉਹ ਸਿਰਫ ਅੱਖਾਂ ਪੂੰਝਣ ਵਾਸਤੇ ਹੀ ਆ। ਅਸਲ ਜਿਹੜਾ ਮੁੱਦਾ ਹੈਗਾ ਉਹ ਤਾਂ ਇਹ ਜਿਹੜੇ ਪਲਾਂਟ ਨੇ ਜੀ, ਜਿਹੜੇ ਓਵਰ ਕਪੈਸਿਟੀ ਤੇ ਵੱਧ ਰੇਟ ਦੇ ਉੱਤੇ ਲਾਏ ਗਏ ਨੇਗੇ। ਸੋ ਇਹਨਾਂ ਨੂੰ ਸਪਾਉਣ ਵਾਸਤੇ ਆਡਿਟ ਵੀ ਹੋ ਜਾਊਗਾ 2013 ਤੋਂ ਬਾਅਦ ਦੀ ਜਿਹੜੀ ਹੈਗੀ ਆ ਪੋਜੀਸ਼ਨ, ਤੇ ਨਾਲ ਦੀ ਨਾਲ ਵਾਈਟ ਪੇਪਰ ਵੀ ਬਣ ਜਾਊਗਾ। ਤੇ ਅਸਲ ਜਿਹੜਾ ਮੁੱਦਾ ਹੈਗਾ ਅਸਲ ਵਿੱਚ ਉਹ ਕੋਈ ਕੁਝ ਵੀ ਨਹੀਂ ਹੋਊਗਾ। ਭੁੱਲਰ ਸਾਹਿਬ, ਮੈਨੂੰ ਇਹ ਸਿਰਫ ਦੱਸ ਦਿਓ ਲਾਸਟ ਜਾਂਦੇ ਜਾਂਦੇ ਹੀ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਜਿਹੜਾ 2002 ਤੋਂ 2007 ਤੱਕ ਸੀਗੇ, 7 ਤੋਂ ਲੈ ਕੇ 17 ਤੱਕ ਤਾਂ ਇਹਨਾਂ ਦੇ ਸਿਆਸੀ ਸ਼ਰੀਕ ਸੀਗੇ। ਹੁਣ ਜੇਕਰ ਤੁਸੀਂ ਉਹਨਾਂ ਨੂੰ ਵੀ ਬਚਾਉਣ 'ਚ ਲੱਗੇ ਹੋ, ਇਹਦਾ ਮਤਲਬ ਹੈ ਕਿ ਇੱਥੇ ਅਫਸਰਸ਼ਾਹੀ ਭਾਰੂ ਆ। ਅਫਸਰਸ਼ਾਹੀ ਆਪਣੀਆਂ ਜਿੰਨੇ ਵੀ ਸਕਿਨ ਬਚਾਉਣ ਲਈ, ਚਮੜੀ ਬਚਾਉਣ ਲਈ ਕੋਸ਼ਿਸ਼ ਕਰ ਰਹੀ ਆ। ਸਰਕਾਰਾਂ ਕਿਤੇ ਕੱਖ ਨਹੀਂ ਗਈਆਂ, ਨਾ ਕੈਪਟਨ ਅਮਰਿੰਦਰ ਸਿੰਘ ਕੋਈ ਫੰਨੇ ਖਾਨੇ ਤੇ ਨਾ ਹੀ ਕੋਈ ਹੋਰ ਹੈ। ਇਹਦਾ ਮਤਲਬ ਹੈ ਕਿ ਸਭ ਜਿਹਨੂੰ ਕਹਿੰਦੇ ਹਮਾਮ 'ਚ ਨੰਗੇ ਨੇ। ਇਹ 2007 ਤੋਂ 17 ਤੱਕ ਜੋ ਹੋਇਆ ਇਹ ਕਿਹੜਾ ਕੈਪਟਨ ਦੇ ਖਾਤੇ 'ਚ ਪੈਣਾ ਸੀ, ਕਰਵਾ ਵੀ ਲੈਂਦੇ। ਬਿਲਕੁਲ ਸਰ, ਇਹ ਮਤਲਬ ਅਗਲੀ ਸਰਕਾਰ ਵੀ ਉਨੀ ਜ਼ਿੰਮੇਵਾਰ ਆ ਜਿੰਨੀ ਕਿ ਪਹਿਲੀ ਸਰਕਾਰ ਜ਼ਿੰਮੇਵਾਰ ਹੈਗੀ ਆ। ਇਹ ਜਿਹੜੀ 2010 ਦੇ ਵਿੱਚ ਆਪਣੀ ਖਬਰ ਦੇ ਵਿੱਚ ਪਾਲਿਸੀ ਦੀ ਗੱਲ ਵੀ ਕੀਤੀ ਗਈ ਆ ਕਿ ਪੰਜਾਬ ਜਿਹੜੀ ਸਰਕਾਰ ਨੇ 2010 ਦੇ ਵਿੱਚ ਇੱਕ ਸੈਂਟਰ ਗਵਰਨਮੈਂਟ ਦੀ ਪਾਲਿਸੀ ਸੀ ਕਿ ਕੰਪੀਟੀਸ਼ਨ ਬਿੱਡ ਦੇ ਉੱਤੇ ਪ੍ਰੋਜੈਕਟ ਲਾਓ ਜੀ ਤੁਸੀਂ। ਪਰ ਪੰਜਾਬ ਗਵਰਨਮੈਂਟ ਨੇ 2010 ਦੇ ਵਿੱਚ ਉਹ ਪਾਲਿਸੀ ਆਪਣੇ ਪੱਧਰ ਤੇ ਇੱਕ ਪਾਲਿਸੀ ਬਣਾ ਲਈ ਕਿ ਅਸੀਂ MOU ਰੂਟ ਫਾਈਨ ਕਰਾਂਗੇ ਜੀ। MOU ਰੂਟ ਤੁਹਾਨੂੰ ਪਤਾ ਕਿ ਜਿਹਦੇ ਨਾਲ ਮਰਜ਼ੀ 80 ਸਿੱਟੀ ਲਾ ਲਓ ਜੀ। ਉਹ ਸਾਰਾ ਜਿਹੜਾ ਬਿਜਲੀ ਦਾ ਰੇਟ ਹੋਇਆਗਾ, ਈਵਨ ਜਿਹੜਾ ਰਾਜਪੁਰਾ ਥਰਮਲ, ਜੇ ਆਪਾਂ ਬਹੁਤੀ ਸਮਾਂ ਨਹੀਂ ਹੈਗਾ, ਰਾਜਪੁਰਾ ਥਰਮਲ ਆ ਜਿਹੜਾ, ਉਹਦੀ ਸਿਰਫ ਇੱਕ ਬਿੱਡ ਆਈ ਸੀ ਜੀ। ਇੱਕ ਕੰਪਨੀ ਨੇ ਕੋਟ ਕੀਤਾ ਸੀ ਰੇਟ, ਜਦੋਂ ਕਿ ਕੰਪੀਟੀਸ਼ਨ ਦੇ ਵਿੱਚ ਘੱਟੋ ਘੱਟ 3 ਤਾਂ ਬਿੱਡ ਚਾਹੀਦੇ ਨੇਗੇ। ਉਸ ਇੱਕ ਬਿੱਡ ਨੂੰ ਹੀ ਗਵਰਨਮੈਂਟ ਵੱਲੋਂ ਅਪਰੂਵਲ ਹੋ ਗਈ ਹੈ ਜੀ, ਜਦੋਂ ਕਿ ਉਹਦਾ ਰੇਟ ਸੀ ਜਿਹੜਾ ਉਹ ਤਲਵੰਡੀ ਸਾਬੋ ਜਿਹੜਾ ਪਲਾਂਟ ਲੱਗਿਆ ਸੀ ਕੰਪੀਟੀਸ਼ਨ ਬਿੱਡ ਦੇ ਵਿੱਚ, ਉਹ ਜਿਹੜੀ ਉਹਦਾ ਹਾਈਐਸਟ ਰੇਟ ਸੀਗਾ ਜਿਹੜਾ ਰਿਜੈਕਟ ਹੋਇਆ ਸੀਗਾ ਉਹਦੇ ਨਾਲੋਂ ਵੀ ਵੱਧ ਸੀਗਾ ਜਿਹੜਾ ਰਾਜਪੁਰਾ ਸੀ ਰੇਟ ਦੀ। ਸੋ ਇਹ ਜਿਹੜੀ 2010 ਦੇ ਵਿੱਚ ਪਾਲਿਸੀ ਅਗਲੀ ਸਰਕਾਰ ਵੱਲੋਂ ਹੀ ਬਣੀ ਆ, ਉਹ ਵੀ ਕੋਈ ਲੋਕ ਹਿੱਤਾਂ ਵਾਸਤੇ ਨਹੀਂ ਬਣੀ ਸੀਗੀ, ਸਿਰਫ ਇੱਕ ਕੰਪੀਟੀਸ਼ਨ ਨੂੰ ਪਾਸੇ ਰੱਖ ਕੇ MOU ਰੂਟ ਰਾਹੀਂ ਪਲਾਂਟ ਸਥਾਪਿਤ ਕਰਨ ਦੀ ਬਣੀ ਸੀ, ਜਿਹੜੇ ਹਾਲੇ ਵੀ ਮਤਲਬ ਕਿ ਜਿਵੇਂ ਦੂਸਰੇ ਬਾਇਓਮਾਸ ਵਗੈਰਾ ਦੇ ਲੱਗ ਰਿਹਾ ਉਹ MOU ਪਾਲਿਸੀ ਦੇ ਤਹਿਤ ਹੀ ਬੜੇ ਮਹਿੰਗੇ ਰੇਟਾਂ ਤੇ ਲੱਗ ਰਹੇ ਨੇ। ਤੁਹਾਡਾ ਮਤਲਬ ਹੈ ਕਿ ਜਦੋਂ ਮੁਕਾਬਲੇ ਦੇ ਰੇਟ ਹੀ ਨਾ ਹੋਣ ਤੇ ਤੁਸੀਂ ਥਰਮਲ ਪਲਾਂਟ ਵਾਲੇ ਹੋ ਬਹੁਤੇ, ਮੈਂ ਸਰਕਾਰ ਚੋਂ ਆ, ਤੇ ਸਾਡੀ ਟੇਬਲ ਤੇ ਬਹਿ ਕੇ ਸਹਿਮਤੀ ਹੋ ਜੇ ਵੀ ਚੱਲ ਭਾਈ ਰਲ ਕੇ ਚੱਲਦੇ ਆ, ਗੱਲ ਏਦਾਂ ਹੀ ਹੋਈ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ, ਮਤਲਬ MOU ਰੂਟ ਰਾਹੀਂ ਏਦਾਂ ਹੀ। ਸਿਰਫ ਇੱਕ ਤਲਵੰਡੀ ਸਾਬੋ ਆਪਾਂ ਕਹਿ ਸਕਦੇ ਹਾਂ ਜਿਹੜਾ ਪਲਾਂਟ ਹੈਗਾ ਉਹ ਕੰਪੀਟੀਸ਼ਨ ਦੇ ਵਿੱਚ ਆਇਆ ਹੈਗਾ, ਅਦਰਵਾਈਜ਼ ਜੋ ਵੀ ਪਲਾਂਟ ਜਿਹੜੇ ਥਰਮਲ ਨੇ ਜਾਂ ਦੂਸਰੇ ਸੋਲਰ ਬਾਇਓਮਾਸ ਤੇ ਲੱਗ ਰਹੇ ਨੇ ਉਹ ਇਹੀ ਰੂਟ ਹੈਗਾ ਜੀ, MOU ਰੂਟ ਆ। ਆਪਸ ਵਿੱਚ ਗੱਲਬਾਤ ਕਰਕੇ ਆ ਮਤਲਬ ਕਿ ਉਹ ਰੇਟ ਰੂਟ ਤੈਅ ਹੋ ਜਾਂਦੇ ਨੇ ਜੀ। ਮਤਲਬ ਇਹ ਹੈ ਕਿ ਇਹ ਹੁਣ ਛਿੱਲ ਲੈਂਦੀ ਰਹੂਗੀ, ਹੈ ਨਾ? ਦੇਖੋ ਜੀ, ਜਿਸ ਤਰ੍ਹਾਂ ਦੇ ਹਾਲਾਤ ਨੇ ਉਹ ਤਾਂ ਇਹੀ ਲੱਗਦੀ ਆ
ਕਿ ਇਹ ਜਿਹੜੇ ਪਲਾਂਟ ਜਿੰਨਾ ਚਿਰ ਇਹ ਖਤਮ ਨਹੀਂ ਹੁੰਦੇ, ਪਲਾਂਟ ਚੱਲਦੇ ਰਹਿਣਗੇ ਤੇ ਉਹਨਾਂ ਚਿਰ ਸਾਨੂੰ ਇਹ ਮੁਆਵਜ਼ਾ ਇਹਦਾ ਜਿਹੜਾ 25 ਸਾਲਾਂ ਤੱਕ ਭੁਗਤਣਾ ਹੀ ਪੈਣਾ ਹੈਗਾ। ਹਰ ਸਾਲ ਸਾਨੂੰ ਜਿਹੜੀ ਬਿਨਾਂ ਵਰਤੇ ਬਿਜਲੀ ਦੇ ਕਰੋੜਾਂ ਰੁਪਏ ਦੇਣੇ ਹੀ ਪੈਣੇ ਨੇ, ਜਿਸ ਤਰ੍ਹਾਂ ਦਾ ਹਾਲਾਤ ਲੱਗ ਰਹੇ ਨੇ। ਭੁੱਲਰ ਸਾਹਿਬ ਬਹੁਤ ਧੰਨਵਾਦ, ਕਿਸੇ ਦਿਨ ਫਿਰ ਤੁਹਾਡੇ ਨਾਲ ਸਾਰੀ ਵਿਸਥਾਰਤ ਗੱਲਬਾਤ ਕਰਾਂਗੇ। ਮਿਹਰਬਾਨੀ। ਥੈਂਕ ਯੂ ਰੰਧਾਵਾ ਸਾਹਿਬ। ਤੀਜੀ ਖਬਰ ਜਿਹੜੀ ਹੈ ਉਹ ਹੈ ਅੰਮ੍ਰਿਤਸਰ ਦੇ ਵਿੱਚ 40% ਲੋਕ ਜਾਂ ਉਹ ਜ਼ੋਨ ਜਿਹੜੇ ਕਰੋਨਾ ਤੋਂ ਵੱਧ ਪੀੜਤ ਸੀ, ਉਹਨਾਂ ਦੇ ਵਿੱਚੋਂ ਜਿਹੜਾ ਇੱਕ ਨਵਾਂ ਸਰਵੇ ਕੀਤਾ ਗਿਆ, ਉਹਦੇ ਤਹਿਤ ਐਂਟੀਬਾਡੀਜ਼ ਆਮ ਬੰਦੇ ਦੇ ਅੰਦਰ ਬਣ ਗਈਆਂ ਹੋਣ ਦਾ ਦਾਅਵਾ ਕੀਤਾ ਗਿਆ। ਮਤਲਬ ਬਿਮਾਰੀ ਆਈ ਚਲੇ ਗਈ, ਉਹਨਾਂ ਦੇ ਅੰਦਰ ਉਹਦੇ ਨਾਲ ਲੜਨ ਵਾਲਾ ਤੰਤਰ ਵੀ ਪੈਦਾ ਹੋ ਚੁੱਕਿਆ। ਇਹ ਸਰਕਾਰ ਦਾ ਇਹ ਸਰਵੇ ਦਾਅਵਾ ਕਰਦਾ ਹੈ। ਸੋ ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ, ਇਹਦੇ ਲਈ ਸਾਡੇ ਕੋਲ ਡਾਕਟਰ ਪ੍ਰਹਲਾਦ ਦੁੱਗਲ ਜੁੜੇ ਨੇ, ਬਹੁਤ ਬਿਹਤਰੀਨ ਡਾਕਟਰ ਨੇ ਅੰਮ੍ਰਿਤਸਰ ਦੇ। ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਇਹ ਸਰਵੇ ਕੀ ਆ, ਇਹ ਐਂਟੀਬਾਡੀਜ਼ ਕੀ ਹੁੰਦੀਆਂ, ਇਹ ਕਿਵੇਂ ਵਿਕਸਿਤ ਹੁੰਦੀਆਂ ਨੇ, ਇਹ ਕਿਹੜੇ ਲੋਕਾਂ ਨੂੰ ਆ, ਉਮਰ ਆਧਾਰ ਕੀ ਸੀਗਾ, ਪੁੱਛਦੇ ਆ ਜੇ ਉਹਨਾਂ ਨੂੰ ਜਾਣਕਾਰੀ ਹੋਈ। ਖਬਰ ਅਹਿਮ ਆ ਕਿ ਅਖੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਅੰਦਰ ਆਲਰੇਡੀ ਬਿਮਾਰੀ ਆਈ ਤੇ ਨਿਕਲ ਗਈ। ਕਰੋਨਾ ਦਾ ਤਬਾਹਕੁਨ ਰੋਲ ਭੂਮਿਕਾ ਜਿਹੜੀ ਆ ਉਹ ਅਜੇ ਵੀ ਜਾਰੀ ਹੈ। ਸਰਕਾਰ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕਰਤੀਆਂ ਨੇ। ਡਾਕਟਰ ਸਾਹਿਬ ਸਵੇਰੇ ਸਵੇਰੇ ਸਵਾਗਤ ਹੈ, ਚਾਹ ਦੇ ਕੱਪ ਤੇ ਤੁਹਾਡਾ, ਤੁਹਾਨੂੰ ਤੰਗ ਕੀਤਾ ਉਹਦੇ ਲਈ ਮਾਫੀ। ਉਹ ਬੜੀ ਗੈਰ ਰਸਮੀ ਜੀ ਗੱਲਬਾਤ ਹੈ, ਤੁਸੀਂ ਬਹੁਤਾ ਇਹਨੂੰ ਸੀਰੀਅਸ ਨਾ ਲਿਓ। ਲੇਕਿਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਸਰਵੇ ਦੀ ਗੱਲ ਕਰ ਰਹੇ ਆ ਕਿ ਸਾਡੇ ਅੰਦਰ ਐਂਟੀਬਾਡੀਜ਼ ਬਣ ਗਈਆਂ, ਅੰਮ੍ਰਿਤਸਰ ਤੇ 40% ਚ ਆ ਗਿਆ, ਅਦਰਵਾਈਜ਼ 27% ਦੀ ਗੱਲ ਹੋ ਰਹੀ ਹੈ। ਇਹ ਕੰਟੇਨਮੈਂਟ ਜ਼ੋਨਸ ਦੀ ਗੱਲ ਵੀ ਹੋ ਰਹੀ ਹੈ, ਜਰਾ ਖੁੱਲ ਕੇ ਸਮਝਾਇਓ, ਮੈਂ ਤਾਂ ਇਸ ਮਾਮਲੇ ਚ ਅਨਪੜ੍ਹ ਹਾਂ ਕੁਝ। ਡਾਕਟਰ ਪ੍ਰਹਲਾਦ ਦੁੱਗਲ ਜੀ। ਨਮਸਕਾਰ ਰੰਧਾਵਾ ਸਾਹਿਬ ਜੀ। ਨਮਸਕਾਰ। ਤੁਸੀਂ ਇੱਕ ਜਿਹੜਾ ਅੱਜ ਦੀਆਂ ਸਾਰੀਆਂ ਅਖਬਾਰਾਂ 'ਚ ਖਬਰ ਹੈ ਕਿ ਪੰਜਾਬ ਦੇ ਵਿੱਚ ਇੱਕ ਸੀਰੋ ਸਰਵੇ ਹੋਇਆ ਹੈ, ਸੈਂਪਲ ਸਰਵੇ, ਜਿਹੜਾ ਕਿ ਇੱਕ ਐਕਸਪਰਟਸ ਦੀ ਕਮੇਟੀ ਨੇ ਕੀਤਾ ਹੈ ਔਰ ਜਿਹੜਾ ਕੱਲ ਆਪਣੇ ਸੀਐਮ ਸਾਹਿਬ ਦੇ ਅੱਗੇ ਪ੍ਰੈਜ਼ੈਂਟ ਹੋਇਆ ਸੀ। ਸੀਰੋ ਸਰਵੇ ਦਾ ਮਤਲਬ ਹੈ ਕਿ ਜਿਹੜੇ ਸਾਡੇ ਬਸ਼ਿੰਦੇ ਹੈ ਪੰਜਾਬ ਦੇ, ਉਹਨਾਂ ਦੇ ਵਿੱਚੋਂ ਬਲੱਡ ਸੈਂਪਲ ਲੈ ਕੇ ਤੇ ਉਹਨਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਬਿਮਾਰੀ ਨਾਲ ਲੜਨ ਦੀ ਸ਼ਕਤੀ ਹੈਗੀ ਹੈ ਕਿ ਨਹੀਂ ਹੈਗੀ ਹੈ, ਮਤਲਬ ਐਂਟੀਬਾਡੀਜ਼ ਹੈਗੀਆਂ ਹੈ ਕਿ ਨਹੀਂ ਹੈਗੀਆਂ ਹੈ। ਸੋ ਕਰੋਨਾ ਦਾ ਜਿਹੜਾ ਆਪਣੇ ਵਾਤਾਵਰਣ 'ਚ ਜਿਹੜਾ ਫੈਲਿਆ ਹੋਇਆ ਹੈ ਉਹ ਸਾਡੇ ਕੰਟੇਨਮੈਂਟ ਜ਼ੋਨਸ ਦੇ ਵਿੱਚ ਸਰਵੇ ਹੋਈ ਹੈ। ਮਤਲਬ ਇਹ ਹੈ ਕਿ ਸਰਕਾਰ ਨੇ ਜਿਹੜੇ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਕਿਹਾ ਹੈ, ਮਤਲਬ ਜਿੱਥੇ ਜ਼ਿਆਦਾ ਮਰੀਜ਼ ਹਨ, ਉੱਥੇ ਇਹ ਸਰਵੇ ਕੀਤਾ ਗਿਆ ਹੈ ਔਰ ਜਿਹਦਾ ਐਵਰੇਜ ਪੰਜਾਬ ਦਾ ਲਗਭਗ 27.7%, ਲਗਭਗ 28% ਕਿਹਾ ਗਿਆ ਹੈ, ਜਿਹਦੇ ਚੋਂ ਅੰਮ੍ਰਿਤਸਰ ਜਿਹੜਾ ਹੈ ਉਹ 40% ਕਿਹਾ ਗਿਆ ਹੈ। ਨਵਾਂ ਸਾਹਿਬ, ਇਹਦੇ 'ਚ ਦੋ ਤਿੰਨ ਚੀਜ਼ਾਂ ਦੇਖਣ ਵਾਲੀਆਂ ਹੈ। ਇੱਕ ਤਾਂ ਇਹ ਕਿ ਇਹ ਰੈਪਿਡ ਐਂਟੀਬਾਡੀ ਟੈਸਟਿੰਗ ਨਾਲ ਕੀਤਾ ਜਾਂਦਾ ਹੈ, ਜਿਸ ਦੀ ਆਪਣੀ ਰਿਲਾਇਬਿਲਿਟੀ ਉਸ ਟੈਸਟ ਦੀ ਬਹੁਤ ਜ਼ਿਆਦਾ ਨਹੀਂ ਹੈ। ਜਿਹਨੂੰ ਇਹ ਉਹੀ ਟੈਸਟ ਹੈ, ਜੇ ਤੁਹਾਨੂੰ ਯਾਦ ਹੋਏ ਕਿ ICMR ਨੇ ਸ਼ੁਰੂ 'ਚ ਬੜਾ ਰੌਲਾ ਪਾਇਆ ਸੀ ਕਿ ਆਪਣੇ ਕੋਲ ਇੰਨੀਆਂ ਕਿੱਟਾਂ ਆ ਗਈਆਂ ਹੈ ਔਰ ਫਿਰ ਇਹ ਸਾਰਾ ਜਿਹੜੀਆਂ ਕਿੱਟਾਂ ਸੀ ਇਹ ਡਿਸਕਾਰਡ ਕਰ ਦਿੱਤੀਆਂ ਗਈਆਂ ਸੀ, ਜਿਹੜੀਆਂ ਚਾਈਨਾ ਤੋਂ ਆਈਆਂ ਸੀ, ਜਿਹਦੇ 'ਚ ਕਿਹਾ ਗਿਆ ਕਿ ਬੜਾ ਵੱਡਾ ਸਕੈਂਡਲ ਹੋਇਆ ਹੈ। ਆਪਣੇ ਅੰਮ੍ਰਿਤਸਰ ਵਾਲੇ MP ਨੇ ਕਾਫੀ ਇਹਦੇ ਤੇ ਕੰਪਲੇਂਟਸ ਵੀ ਕੀਤੀਆਂ। ਹਾਂਜੀ ਹਾਂਜੀ ਬਿਲਕੁਲ। ਸੋ ਇਹ ਉਹੀ ਕਿੱਟਾਂ ਹਨ। ਸੋ ਓਵਰਆਲ ਇਹਨੂੰ ਪੋਪੂਲੇਸ਼ਨ ਸਰਵੇ ਲਈ ਵਰਤਿਆ ਜਾਂਦਾ ਹੈ, ਸਾਰਿਆਂ ਦੇਸ਼ਾਂ ਦੇ ਵਿੱਚ ਵਰਤਿਆ ਜਾ ਰਿਹਾ ਹੈ। ਬਟ ਕਿਉਂਕਿ ਇਸ ਜੇ ਆਪਾਂ ਸਰਵੇ ਨੂੰ ਦੇਖੀਏ ਤਾਂ ਇਹਦੀ ਕੋਈ ਇੰਪੋਰਟੈਂਸ ਸਟੇਟ ਦੇ ਲਈ ਜਾਂ ਅੱਗੇ ਪਾਲਿਸੀ ਬਣਾਉਣ ਲਈ ਕੋਈ ਖਾਸ ਨਹੀਂ ਕਹੀ ਜਾ ਸਕਦੀ। ਇੱਕ ਤਾਂ ਸੈਂਪਲ ਸਾਈਜ਼ ਬੜਾ ਛੋਟਾ ਹੈ, 1250 ਬੰਦਿਆਂ ਦਾ ਸੈਂਪਲ ਸਾਈਜ਼ ਹੈ। ਦੂਸਰਾ, ਇਹ ਸਿਰਫ ਔਰ ਸਿਰਫ ਕੰਟੇਨਮੈਂਟ ਜ਼ੋਨ 'ਚ ਕੀਤਾ ਗਿਆ ਹੈ। ਕੰਟੇਨਮੈਂਟ ਜ਼ੋਨ ਜ਼ਿਆਦਾਤਰ ਜਿਹੜੀਆਂ ਹਨ ਉਹ ਸ਼ਹਿਰੀ ਇਲਾਕਿਆਂ ਦੇ ਵਿੱਚ ਹਨ, ਪਰ ਆਪਣੀ ਜਿਹੜੀ ਵੱਡੀ ਤਾਦਾਦ 'ਚ ਆਬਾਦੀ ਹੈ ਉਹ ਤਾਂ ਪੇਂਡੂ ਖੇਤਰਾਂ 'ਚ ਹੈ। ਔਰ ਤੁਸੀਂ ਇਹ ਕਹਿ ਲਓ ਕਿ ਪੇਂਡੂ ਖੇਤਰ, ਕਸਬੇ, ਉਹਨਾਂ ਦੇ ਵਿੱਚ ਇਸ ਦੇ ਬਾਰੇ ਕਿੰਨੀ ਕੁ ਇਮਿਊਨਿਟੀ ਹੋਏਗੀ। ਬੇਸਿਕਲੀ ਇਸਦਾ ਪਰਪਸ ਹੈ ਕਿ ਸਾਡੀ ਕਿੰਨੀ ਇਮਿਊਨਿਟੀ ਹੈ ਉਸ ਬਿਮਾਰੀ ਨੂੰ ਲੜਨ ਦੀ, ਉਹ ਲੱਭਣ ਲਈ ਕੀਤਾ ਗਿਆ। ਮਤਲਬ ਕੁੱਲ ਮਿਲਾ ਕੇ ਜੇ ਇਹ ਕਹੀਏ ਕਿ ਪੰਜਾਬ ਦੇ ਟੋਟਲ ਦ੍ਰਿਸ਼ ਨੂੰ ਇਹ ਕੋਈ ਪ੍ਰਭਾਸ਼ਿਤ ਜਾਂ ਪ੍ਰਭਾਵਿਤ ਨਹੀਂ ਕਰਦਾ ਸਰਵੇ। ਛੋਟਾ ਜਿਹਾ ਸੈਂਪਲ ਸਰਵੇ ਆ, ਥੋੜੇ ਜਿਹੇ ਲੋਕਾਂ ਤੇ ਹੋਇਆ ਵੀ ਉੱਥੇ ਜਿੱਥੇ ਜ਼ਿਆਦਾ ਮਰੀਜ਼ ਸੀ। ਲੇਕਿਨ ਇਹਦਾ ਮਤਲਬ ਹੈ ਕਿ ਜੇ ਜਿੰਨੇ ਲੋਕਾਂ ਤੇ ਹੋਇਆ ਉਸ ਏਰੀਏ ਚੋਂ ਮੰਨ ਲਈਏ ਕਿ ਅੰਮ੍ਰਿਤਸਰ 'ਚ 40% ਲੋਕਾਂ ਨੂੰ ਉਹ ਹੋ ਕੇ ਆਟੋਮੈਟਿਕਲੀ ਖਤਮ ਹੋ ਚੁੱਕਿਆ,
ਤਾਂ ਹੀ ਤਾਂ ਸਾਡੇ ਅੰਦਰ ਉਹ ਤੰਤਰ ਪੈਦਾ ਹੁੰਦਾ ਨਾ। ਐਂਟੀਬਾਡੀਜ਼ ਤਾਂ ਉਹੀ ਕਹਿੰਦੇ ਜਦੋਂ ਕੋਈ ਬਿਮਾਰੀ ਆਈ ਤੇ ਚਲੇ ਗਈ, ਅਦਰਵਾਈਜ਼ ਤਾਂ ਉਹ ਕਿਵੇਂ ਉਹ ਪੈਦਾ ਹੋ ਸਕਦੀ ਨਾ ਲੜਨ ਦੀ ਸ਼ਕਤੀ। ਰੰਧਾਵਾ ਸਾਹਿਬ ਇਹਦੇ ਚ ਵੀ ਕੁਝ ਦੋ ਰਾਏ ਹੋ ਸਕਦੀਆਂ ਹੈ ਕਿ 40% ਲੋਕਾਂ ਜਿਵੇਂ ਕਈ ਅੰਮ੍ਰਿਤਸਰ ਚ ਕਿ ਉਹਨਾਂ ਨੂੰ ਇਹ ਹੋ ਚੁੱਕਾ ਹੈ ਔਰ ਉਹਨਾਂ ਦੇ ਅਗੇਂਸਟ ऐसा नहीं किया जा सकता है, क्योंकि ਇਹ ਸਿਰਫ ਔਰ ਸਿਰਫ ਕੰਟੇਨਮੈਂਟ ਜ਼ੋਨ ਚੋਂ ਹੈ। ਜੇ ਤੁਸੀਂ ਇਸੇ ਸੈਂਪਲ ਨੂੰ ਮਤਲਬ ਹਰ ਸ਼ਹਿਰ ਚੋਂ ਉਹਨਾਂ ਨੇ ਹਰ ਕੰਟੇਨਮੈਂਟ ਜ਼ੋਨ ਚੋਂ ਉਹਨਾਂ ਨੇ 250 ਬੰਦੇ ਦਾ ਸੈਂਪਲ ਲਿੱਤਾ ਹੈ। ਅੱਛਾ, ਇਹ ਮੰਨੋ ਕਿ ਅੰਮ੍ਰਿਤਸਰ ਦੀ ਜੇ ਸ਼ਹਿਰੀ ਆਬਾਦੀ ਵੀ 12.5-13 ਲੱਖ ਹੈ ਔਰ ਅਗਰ ਪਿੰਡਾਂ ਦੀ ਮਿਲਾ ਲਈਏ ਤਾਂ 25 ਲੱਖ ਹੈ, ਉਹ 25 ਲੱਖ ਚੋਂ ਤੁਸੀਂ 250 ਦਾ ਸੈਂਪਲ ਲਿੱਤਾ, ਉਹ ਵੀ ਕੰਟੇਨਮੈਂਟ ਜ਼ੋਨ ਦੇ ਵਿੱਚੋਂ, ਜਿੱਥੇ ਜ਼ਿਆਦਾ ਮਰੀਜ਼ ਤੇ ਉਹ ਫਿਰ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਣੇ 40% ਪਾਪੂਲੇਸ਼ਨ ਜਿਹੜੀ ਹੈ ਐਕਸਪੋਜ਼ ਹੋ ਚੁੱਕੀ ਹੈ। ਤੁਹਾਡਾ ਮਤਲਬ ਹੈ ਕਿ ਇਹਦੀ ਕੋਈ ਬਹੁਤੀ ਵਕਤ ਨਹੀਂ ਤੁਹਾਡੀ ਨਜ਼ਰ 'ਚ, ਲੋਕਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ ਨਾ? ਬਿਲਕੁਲ ਬਿਲਕੁਲ ਬਚ ਕੇ ਰਹਿਣਾ ਚਾਹੀਦਾ ਔਰ ਸਰਕਾਰ ਨੂੰ ਆਪਣੀ ਜਿਹੜੀ ਅਦਰਵਾਈਜ਼ ਟੈਸਟਿੰਗ ਹੈ ਨਾ, ਜਿਹਨੂੰ ਆਪਾਂ RT-PCR ਕਹਿੰਦੇ ਹਾਂ ਜਾਂ ਹੁਣ TrueNet ਕਰਕੇ ਇੱਕ ਐਂਟੀਜਨ ਟੈਸਟਿੰਗ ਆ ਗਈ ਹੈ, ਉਸ ਦੇ ਨਾਲ ਜਿਹੜਾ ਹੈ ਸਰਕਾਰ ਨੂੰ ਆਪਣੀ ਟੈਸਟਿੰਗ ਕਪੈਸਿਟੀ ਵਧਾਉਣੀ ਚਾਹੀਦੀ। ਅਸੀਂ ਬੜੇ ਦਿਨਾਂ ਤੋਂ ਸੁਣ ਰਹੇ ਹਾਂ ਕਿ 20,000 ਤੋਂ 30, ਪਰ ਜਿਹੜੀ 20,000 ਦੀ ਟੈਸਟਿੰਗ ਹੋ ਰਹੀ ਹੈ ਉਹ ਵੀ ਜਿਹੜੀ ਹੈ ਉਹ ਪੂਲਡ ਸੈਂਪਲਸ 'ਚ ਹੋ ਰਹੀ ਹੈ। ਪੂਲਡ ਸੈਂਪਲਸ ਦਾ ਮਤਲਬ ਇਹ ਹੈ ਕਿ 10 ਬੰਦਿਆਂ ਦੇ ਸਵੈਬ ਜਿਹੜੇ ਆ ਉਹ ਇਕੱਠੇ ਪਾਏ ਜਾਂਦੇ ਔਰ ਉਹਨਾਂ ਨੂੰ ਟੈਸਟ ਕੀਤਾ ਜਾਂਦਾ। ਜੇ ਉਹ ਪੂਲ 'ਚੋਂ ਕੋਈ ਪੋਜ਼ਿਟਿਵ ਨਿਕਲ ਆਉਂਦਾ ਤੇ ਫਿਰ ਉਹ 10 ਦੇ 10 ਦਾ ਕੀਤਾ ਜਾਂਦਾ ਹੈ। ਅੱਛਾ, ਸੋ ਜਿਹੜੀ ਅਸੀਂ 20,000 ਦੀ ਕੈਪੈਸਿਟੀ ਕਹਿੰਦੇ ਆ, ਜੋ ਐਕਚੁਅਲੀ 20,000 ਦੀ ਪੋਪੂਲੇਸ਼ਨ ਦੀ 20,000 ਸੈਂਪਲਸ ਟੈਸਟ ਹੋ ਰਹੇ ਹਨ, ਪਰ ਜੇ ਉਹ ਹੋ ਰਹੇ ਪੂਲਡ ਤਰੀਕੇ ਨਾਲ, ਸੋ ਓਵਰਆਲ ਸਾਨੂੰ ਆਪਣੀ ਕੈਪੈਸਿਟੀ ਵਧਾਉਣ ਦੀ ਲੋੜ ਹੈ। ਜੇ ਇਸ ਬਿਮਾਰੀ ਨਾਲ ਲੜਨਾ ਹੈ, ਇਸ ਮਹਾਮਾਰੀ ਨਾਲ ਲੜਨਾ ਹੈ, ਤਾਂ ਉਹਦਾ ਟੈਸਟਿੰਗ ਐਂਡ ਟੈਸਟਿੰਗ, ਬਸ ਇਹੀ ਇੱਕ ਗੋਲਡਨ ਵਰਡ ਹੋਣਾ ਚਾਹੀਦਾ। ਔਰ ਆਪਣੀ ਟੈਸਟਿੰਗ ਦੀ ਕੈਪੈਸਿਟੀ ਜਿਹੜੀ ਹੈ ਉਹ ਓਨੀ ਅੱਛੀ ਨਹੀਂ ਹੋਈ ਹੈ ਅਜੇ ਤੱਕ। ਡਾਕਟਰ ਸਾਹਿਬ 30 ਸੈਕਿੰਡ 'ਚ ਜਾਂਦੇ ਜਾਂਦੇ ਦੱਸ ਦਿਓ, ਜਦੋਂ ਲੋਕ ਕਹਿੰਦੇ ਆ ਇਹ ਕਰੋਨਾ ਕੱਖ ਨਹੀਂ, ਐਵੇਂ ਰੌਲਾ ਪੈਂਦਾ, ਇਹਦਾ ਕੋਈ ਵਜੂਦ ਨਹੀਂ, ਜਾਂਦੇ ਜਾਂਦੇ ਦੱਸ ਦਿਓ ਇਹ ਸੱਚਮੁੱਚ ਇਹੋ ਜਿਹੇ ਲੋਕਾਂ ਨੂੰ ਕੀ ਕਹੀਏ? ਰੰਧਾਵਾ ਸਾਹਿਬ, ਜੇ ਤੁਸੀਂ ਦੇਖੋ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਜੀ, ਤੇ ਜੇ ਆਪਾਂ ਅੱਖਾਂ ਮੀਚਣੀਆਂ ਫਿਰ ਵੱਖਰੀ ਗੱਲ ਹੈ, ਪਰ ਜਦੋਂ ਬਿੱਲੀ ਨੇ ਝਪੱਟਾ ਮਾਰਨਾ ਤਾਂ ਅੱਖਾਂ ਮੀਚਿਆ ਵੀ ਜਿਹੜਾ ਕਬੂਤਰ ਹੈ ਉਹ ਮਾਰਿਆ ਜਾਂਦਾ ਹੈ। ਸੋ ਇਹ ਐਸੀ ਬਿਮਾਰੀ ਹੈ ਜਿਹੜੀ ਕਿ ਜਦੋਂ ਤੱਕ ਤੁਹਾਨੂੰ ਉਸਨੇ ਆਪਣੀ ਗ੍ਰਿਫਤ ਵਿੱਚ ਨਹੀਂ ਲਿਆ ਹੈ ਉਦੋਂ ਤੱਕ ਤੁਹਾਨੂੰ ਲੱਗਦਾ ਕਿ ਇਹ ਕੁਝ ਨਹੀਂ ਹੈ। ਪਰ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਹੈ, ਉਹਨਾਂ ਪਰਿਵਾਰਾਂ ਨੂੰ ਪੁੱਛੋ, ਜੇ ਇਹ ਇੰਨੇ ਹੀ ਛੋਟੀ ਜਿਹੀ ਗੱਲ ਹੁੰਦੀ ਤਾਂ ਇੰਨੇ ਸਾਰੇ ਲਗਭਗ 200 ਤੋਂ ਉੱਪਰ ਪੂਰੇ ਭਾਰਤ ਦੇ ਵਿੱਚ ਡਾਕਟਰ ਆਪਣੀ ਜਾਨ ਗਵਾ ਚੁੱਕੇ ਹੈ ਇਸ ਮਹਾਮਾਰੀ ਤੋਂ, ਤੇ ਆਮ ਬੰਦਾ ਤਾਂ ਤੁਹਾਨੂੰ ਪਤਾ ਹੀ ਹੈ ਕਿੰਨੇ ਲੋਕ ਜਾਨ ਗਵਾ ਚੁੱਕੇ ਹਨ। ਸੋ ਤੁਸੀਂ ਇਹ ਸਮਝੋ ਕਿ ਇਹਦੇ ਵਿੱਚ 90-95% ਮਰੀਜ਼ਾਂ ਨੂੰ ਕੁਝ ਨਹੀਂ ਹੋਣਾ ਹੈ, ਪਰ ਜਿਹੜੇ 4-5% ਨੂੰ ਹੋਣਾ ਹੈ ਉਹਨਾਂ ਦੇ ਵਿੱਚੋਂ ਕੁਝ ਨੇ ਆਪਣੀ ਜਾਨ ਗਵਾ ਲੈਣੀ ਹੈ। ਕੱਲ ਮੈਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪੜ੍ਹ ਰਿਹਾ ਸੀ, ਉਹ ਕਹਿੰਦੇ ਜੀ ਕਿ ਜਿਨ੍ਹਾਂ ਦੇ ਪਰਿਵਾਰ ਦਾ ਜੀ ਚਲਾ ਗਿਆ ਇਸ ਬਿਮਾਰੀ ਕਰਕੇ, ਉਹਨਾਂ ਲਈ ਤਾਂ ਇਸ ਦਾ ਮੋਰਟੈਲਿਟੀ ਰੇਟ 100% ਹੀ ਹੈ। ਅਸੀਂ ਭਾਵੇਂ ਉਹਨੂੰ 1% ਕਹੀਏ, ਭਾਵੇਂ 0.5% ਕਹੀਏ, ਜਿਨ੍ਹਾਂ ਦਾ ਚਲੇ ਗਿਆ ਉਹਨਾਂ ਨੂੰ ਪੁੱਛੋ। ਬਿਲਕੁਲ। ਸੋ ਇਸ ਲਈ ਇਸ ਦੇ ਵਿਰੁੱਧ ਆਪਣੀ ਜਿਹੜੀ ਤਿਆਰੀ ਹੈ ਉਹ ਕਰਕੇ ਰੱਖਣੀ ਚਾਹੀਦੀ ਹੈ, ਔਰ ਮਾਸਕ ਲਗਾਉਣਾ ਔਰ ਸਰਕਾਰ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਨੂੰ ਪਾਲਣ ਕਰਨਾ ਉਹੀ ਇਸ ਤੋਂ ਬਚਣ ਦਾ ਇੱਕ ਤਰੀਕਾ ਹੈ। ਔਰ ਆਪਾਂ ਇਹਨੂੰ ਲਾਈਟਲੀ ਨਾ ਲੈਂਦੇ ਹੋਏ ਇਹਨਾਂ ਜਿਹੀਆਂ ਵੀ ਇਤਿਹਾਸ ਵਰਤੀਆਂ ਜਾ ਸਕਦੀਆਂ ਹੈ ਉਹ ਸਾਰੀਆਂ ਵਰਤਦੇ ਰਹੀ। ਡਾਕਟਰ ਸਾਹਿਬ ਬਹੁਤ ਧੰਨਵਾਦ। ਵਿਕਸਿਤ ਦੇਸ਼ ਤਾਂ ਇਹ ਕਹਿੰਦੇ, ਉੱਥੋਂ ਦੇ ਬਸ਼ਿੰਦੇ ਕਹਿੰਦੇ ਆ ਕਿ ਜੇਕਰ ਤੁਹਾਨੂੰ ਬਿਮਾਰੀ ਲੱਗ ਕੇ ਨਿਕਲ ਗਈ, ਤੁਸੀਂ ਤਗੜੇ ਵੀ ਹੋ, ਉਮਰ ਦੇ ਵਿੱਚ ਅਜੇ 35-40 ਦੇ ਵੀ ਹੋ, ਤੇ ਇਹ ਨਾ ਸੋਚੋ ਕਿ ਤੁਸੀਂ ਬਹੁਤ ਤਗੜੇ ਰਹੋਗੇ, ਤੁਹਾਨੂੰ ਜਾਂਦੇ ਜਾਂਦੇ ਕਈ ਆਰਗਨਸ ਦੇ ਵਿੱਚ ਲੜਨ ਦੀ ਸਮਰੱਥਾ ਘੱਟ ਕਰ ਜੂ, ਤੁਹਾਡੇ ਲੰਗਸ ਤੇ ਉਹ ਤਾਂ ਉਮਰ ਅਸਰ ਪੈ ਜੂ। ਸੋ ਡਾਕਟਰ ਸਾਹਿਬ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਅਗਲੀ ਖਬਰ ਜਿਹੜੀ ਹੈ ਸਾਡੇ ਕੋਲ ਉਹ ਹੈ ਪ੍ਰਸ਼ਾਂਤ ਭੂਸ਼ਣ ਮਾਮਲੇ 'ਚ। ਇੱਥੋਂ ਨਜ਼ਰ ਚੁਰਾ ਕੇ ਪਰੇ ਨਹੀਂ ਹੋਇਆ ਜਾਂਦਾ। ਪ੍ਰਸ਼ਾਂਤ ਭੂਸ਼ਣ ਦਾ ਮਾਮਲਾ ਸਾਰੇ ਦੇਸ਼ ਦੇ ਵਿੱਚ ਚਰਚਿਤ ਮਾਮਲਾ ਹੈ। ਪ੍ਰਸ਼ਾਂਤ ਭੂਸ਼ਣ ਇੱਕ ਉਹ ਸ਼ਖਸ ਹੈ ਜਿਹਨੇ ਸਾਰੀ ਉਮਰ ਵੱਡਿਆਂ ਨਾਲ ਆਡਾ ਲਾਇਆ। ਕੇਜਰੀਵਾਲ ਲਈ ਜੇ ਕਿਸੇ ਨੇ ਜ਼ਮੀਨ ਤਿਆਰ ਕੀਤੀ ਤੇ ਉਹ ਪ੍ਰਸ਼ਾਂਤ ਭੂਸ਼ਣ ਸੀ। ਪ੍ਰਸ਼ਾਂਤ ਭੂਸ਼ਣ ਦੇ ਪਿਤਾ ਸ਼ਾਂਤੀ ਭੂਸ਼ਣ ਵੀ ਆਪਣੇ ਸਮੇਂ ਦੇ ਵਿੱਚ ਬਹੁਤ ਵੱਡਿਆਂ ਨੂੰ ਕਟਹਿਰੇ 'ਚ ਖੜਾ ਕਰਦੇ ਰਹੇ। ਸੋ ਜਿਹੜੀਆਂ ਟਿੱਪਣੀਆਂ ਪ੍ਰਸ਼ਾਂਤ ਭੂਸ਼ਣ ਨੇ ਕੀਤੀਆਂ ਤੁਸੀਂ ਜਾਣਦੇ ਹੀ ਹੋ, ਮਾਣਯੋਗ ਸੁਪਰੀਮ ਕੋਰਟ ਦੇ ਮਾਮਲੇ 'ਚ, ਲੇਕਿਨ
ਕੱਲ ਜਦੋਂ ਉਹਨਾਂ ਨੂੰ ਇਹ ਮੌਕਾ ਮਿਲਿਆ ਕਿ ਉਹ ਇਹਦੇ ਬਾਰੇ ਕੁਝ ਕਹਿਣ, ਜਦੋਂ ਸਜ਼ਾ ਸੁਣਾਈ ਜਾਣੀ ਸੀ ਜਿਹੜੀ 2 ਦਿਨ ਹੋਰ ਮੁਲਤਵੀ ਹੋਈ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜੋ ਕਿਹਾ ਮੈਂ ਉਹੀ ਹਾਂ। ਤੇ ਦੂਜੀ ਗੱਲ ਉਹ ਕਹਿੰਦੇ ਆ ਕਿ ਮੈਨੂੰ ਮਾਫੀ ਮੰਗਣ ਦੀ ਜ਼ਰੂਰਤ ਲੱਗਦੀ ਨਹੀਂ, ਮੈਂ ਮਾਫੀ ਕਿਉਂ ਮੰਗਾ। ਤੀਜੀ ਗੱਲ ਉਹ ਕਹਿੰਦੇ ਆ ਕਿ ਮੈਂ ਲਿਹਾਜ਼ ਲਈ ਵੀ ਨਹੀਂ ਕਵਾਂਗਾ, ਮੈਂ ਨਹੀਂ ਕਵਾਂਗਾ ਕਿ ਮੇਰੇ ਨਾਲ ਕੋਈ ਲਿਹਾਜ਼ ਵਰਤੋ, ਮਤਲਬ ਕੋਈ ਰਿਆਇਤ ਦਿਓ ਸਜ਼ਾ ਦੇ ਵਿੱਚ। ਔਰ ਉਹ ਜਦੋਂ ਇਹ ਦਾਅਵਾ ਕਰਦੇ ਆ ਜਜ਼ਬਾਤੀ ਹੋ ਕੇ ਕਿ ਮੈਂ 30 ਸਾਲ ਤੋਂ ਇੱਥੇ ਆ ਤੇ 30 ਸਾਲ ਤੋਂ ਮੈਨੂੰ ਸਾਰੇ ਜਾਣਦੇ ਆ, ਮੈਂ ਕਦੇ ਜੀ ਹਜ਼ੂਰੀਆ ਨਹੀਂ ਰਿਹਾ। ਦੂਜੇ ਸ਼ਬਦਾਂ 'ਚ ਮੈਂ ਕਦੇ ਦਰਬਾਰੀ ਨਹੀਂ ਸੀ ਔਰ ਮੈਂ ਉਵੇਂ ਹੀ ਕੰਮ ਕੀਤਾ ਜਿਵੇਂ ਇੱਕ ਪ੍ਰੋਫੈਸ਼ਨਲ ਨੂੰ ਕਰਨਾ ਚਾਹੀਦਾ ਹੈ। ਔਰ ਮੈਂ ਚਾਪਲੂਸੀ ਵਾਲੀ ਸਿਆਸਤ ਔਰ ਖਾਸ ਤੌਰ ਤੇ ਇਹ ਵਕਾਲਤ ਨਹੀਂ ਕੀਤੀ। ਸੋ ਇਹ ਉਹਨਾਂ ਦਾ ਇੱਕ ਪੱਖ ਹੈ ਔਰ ਹੌਲੀ ਹੌਲੀ ਉਹਨਾਂ ਦੇ ਹੱਕ 'ਚ ਇੱਕ ਮੂਵ ਬਣਦੀ ਜਾ ਰਹੀ ਹੈ। ਆਲੇ ਦੁਆਲੇ ਦੇ ਵਿੱਚ ਇੱਕ ਆਵਾਜ਼ ਉੱਠ ਰਹੀ ਹੈ ਕਿ ਆਖਰ ਕਿੰਨਾ ਕਿੰਨਾ ਨੁਕਤਿਆਂ ਤੱਕ ਅਸੀਂ ਮਾਣਯੋਗ ਅਦਾਲਤਾਂ ਦੇ ਬਾਰੇ 'ਚ ਬੋਲ ਸਕਦੇ ਹਾਂ। ਕਿ ਅਦਾਲਤਾਂ ਇਸ ਗੱਲ ਲਈ ਅਲਾਓ ਕਰਦੀਆਂ, ਇੰਨੀ ਸਹਿਣਸ਼ੀਲਤਾ ਦਿਖਾਉਂਦੀਆਂ ਕਿ ਕਿਤੇ ਕੋਈ ਟਿੱਪਣੀ ਹੋਵੇ, ਉਹ ਵੀ ਕਾਨੂੰਨ ਦਾ ਜਾਣਕਾਰ ਜੇ ਕਰ ਰਿਹਾ ਹੋਵੇ, ਤੇ ਉਹਦੇ ਉੱਤੇ ਜਾਂਚ ਕਰਾਉਣ ਦੀ ਬਜਾਏ, ਅੰਦਰ ਝਾਤੀ ਮਾਰਨ ਦੀ ਬਜਾਏ ਤੁਸੀਂ ਡਰਾ ਕੇ ਰੱਖ ਦਿਓ। ਇਹ ਪੁਰਾਣੀ ਰਜਵਾੜਾਸ਼ਾਹੀ ਵਰਗੀ ਪ੍ਰਵਿਰਤੀ ਮੰਨੀ ਜਾਊਗੀ ਕਿ ਜੇ ਕੋਈ ਬੋਲਦਾ ਹੈ ਤੇ ਉਹਨੂੰ ਡਰਾ ਦਿਓ। ਸਾਡੇ ਪੰਜਾਬੀ 'ਚ ਕਹਾਵਤ ਆ, ਕਹਿੰਦੇ ਕਾਂ ਮਾਰ ਕੇ ਕੰਧ ਟੰਗ ਦਿਓ ਤੇ ਬਾਕੀ ਕਾਂ ਜਿਹੜੇ ਆ ਫਿਰ ਦੂਰੋਂ ਕਾਂ ਕਾਂ ਤੇ ਕਰਦੇ ਆ, ਨੇੜੇ ਕੋਈ ਨਹੀਂ ਆਉਂਦਾ। ਸੋ ਇਹ ਪ੍ਰਚਲਨ ਪ੍ਰਵਿਰਤੀਆਂ ਚੰਗੀਆਂ ਨਹੀਂ। ਸੋ ਮੈਨੂੰ ਲੱਗਦਾ ਹੈ ਕਿ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਉਸੇ ਤਰ੍ਹਾਂ ਦਾ ਹੀ ਆਊਗਾ ਜਿਵੇਂ ਦੇਸ਼ ਦੇ ਲੋਕ ਉਮੀਦ ਕਰਦੇ ਆ। ਪ੍ਰਸ਼ਾਂਤ ਭੂਸ਼ਣ ਨੂੰ ਵੀ ਸੰਜਮ ਵਰਤਣ ਦੀ ਜ਼ਰੂਰਤ ਆ, ਲੇਕਿਨ ਹਾਂ ਜਿੱਥੇ ਕਿਤੇ ਕੁਝ ਗਲਤ ਹੁੰਦਾ ਉਹਦੇ ਤੇ ਉਂਗਲ ਚੱਕਣੀ ਵੀ ਬਹੁਤ ਜ਼ਰੂਰੀ ਹੈ। ਜੇ ਕਿਸੇ ਮਾਣਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਰਿਟਾਇਰ ਹੁੰਦਿਆਂ ਸਾਰ ਵੱਡੇ ਅਹੁਦੇ ਮਿਲਦੇ ਹੋਣ ਤੇ ਇਹ ਅਹੁਦੇ ਸਵੀਕਾਰ ਨਹੀਂ ਹੋਣੇ ਚਾਹੀਦੇ, ਤੇ ਜੇ ਸਵੀਕਾਰ ਵੀ ਹੋ ਰਹੇ, ਮਿਲ ਵੀ ਰਹੇ ਆ, ਤੇ ਲੋਕ ਉਂਗਲ ਤਾਂ ਉਠਾਉਣਗੇ। ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਦੇ ਵਿਧਾਨ ਸਭਾ ਦੇ ਇੱਕ ਦਿਨ ਦੇ ਸੈਸ਼ਨ ਨਾਲ ਸੰਬੰਧਿਤ ਹੈ। ਹੁਣ ਇੱਕ ਦਿਨ ਦਾ ਸੈਸ਼ਨ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਇਹ ਸਾਡੀ ਸੰਵਿਧਾਨਕ ਮਜਬੂਰੀ, 6 ਮਹੀਨਿਆਂ 'ਚ ਇੱਕ ਵਾਰੀ ਸੰਸਦ ਨੇ ਜਾਂ ਵਿਧਾਨ ਸਭਾ ਨੇ ਜੁੜਨਾ ਹੁੰਦਾ ਤੇ ਉਹ ਫਾਰਮੈਲਿਟੀ ਪੂਰੀ ਕਰਨ ਲਈ, ਰਸਮ ਪੂਰੀ ਕਰਨ ਲਈ ਜੁੜ ਰਹੇ ਆ। ਅਦਰਵਾਈਜ਼ ਕੋਵਿਡ ਕਰਕੇ, ਇਹ ਕਰੋਨਾ ਵਾਇਰਸ ਕਰਕੇ ਬਣਦਾ ਨਹੀਂ। ਲੇਕਿਨ ਇਹ ਵੀ ਸਵਾਲ ਆ ਕਿ ਚਲੋ ਹੁਣ ਤਾਂ ਕਰੋਨਾ ਹੈ, ਲੇਕਿਨ ਪਹਿਲਾਂ ਕੀ ਸੱਪ ਸੁੰਘ ਜਾਂਦਾ ਰਿਹਾ। ਜਦੋਂ ਵਿਧਾਨ ਸਭਾਵਾਂ ਦੀਆਂ ਇਹ ਖਾਸ ਤੌਰ ਤੇ ਪੰਜਾਬ ਨੂੰ ਲੈ ਕੇ ਗੱਲ ਕਰੀਏ, ਇਹ ਬੈਠਕਾਂ ਬਹੁਤ ਛੋਟੀਆਂ ਹੋ ਗਈਆਂ। ਕਦੇ ਇਹ ਬੈਠਕਾਂ ਮਹੀਨੇ ਤੋਂ ਵੱਧ ਚੱਲ ਜਾਂਦੀਆਂ ਸੀ ਸਾਲ ਦੇ ਵਿੱਚ, ਲੇਕਿਨ ਅੱਜ ਕੱਲ ਤਾਂ ਰਵਾਇਤ ਹੀ ਨਹੀਂ ਰਹੀ। 2 ਦਿਨ 3 ਦਿਨ 4 ਦਿਨ, ਉਹਦੇ ਵਿੱਚੋਂ ਵੀ ਇੱਕ ਛੁੱਟੀ ਆ ਗਈ, ਇੱਕ ਦਿਨ ਸ਼ਰਧਾਂਜਲੀਆਂ ਦੇ ਦਿਓ, ਇੱਕ ਦਿਨ ਮੁਲਤਵੀ ਕਰਨ ਲਈ। ਸੋ ਸਵਾਲ ਇਹ ਆ ਕਿ ਆਖਰ ਡਿਬੇਟ ਕਿੱਥੇ ਚਲੇਗੀ। ਜਿਹੜਾ ਵਿਧਾਨ ਸਭਾ ਦਾ ਸੰਕਲਪ ਹੈ ਉਹ ਤਾਂ ਫਿਰ ਰਿਹਾ ਨਾ। ਜੇ ਵਿਧਾਨ ਸਭਾ ਦਾ ਸੰਕਲਪ ਨਹੀਂ ਰਿਹਾ ਤੇ ਇਮਾਰਤਾਂ ਤੋਂ ਕੀ ਲੈਣਾ। ਇਹ ਗੱਲ ਇਕੱਲੀ ਵਿਧਾਨ ਸਭਾ ਦੇ ਅਜਲਾਸ ਦੀ ਨਹੀਂ ਹੈ, ਇਹ ਗੱਲ ਸਿਰਫ ਤੇ ਸਿਰਫ ਸੀਮਤ ਉੱਥੋਂ ਤੱਕ ਨਾ ਰੱਖੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਲਾਸ ਵੀ ਨਗੂਣੇ ਤੇ ਛੋਟੇ ਹੋ ਗਏ, ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ। ਬਾਹਾਂ ਖੜੀਆਂ ਕਰਾ ਕੇ ਬੋਲੇ ਸੋ ਨਿਹਾਲ ਕਰਕੇ ਗੱਲ ਖਤਮ। ਪਹਿਲਾਂ ਲਿਖੇ ਏਜੰਡੇ ਕੋਈ ਸਕੱਤਰ ਪੜ ਜਾਏ, ਬਾਕੀਆਂ ਨੂੰ ਹੁਕਮ ਹੈ ਹਾਂਜੀ ਇੱਥੇ ਹਾਮੀ ਭਰ ਦਿਓ। ਸਿੱਖਾਂ ਦੇ ਮਸਲੇ ਵੀ ਵੱਡੇ ਆ। ਸ਼੍ਰੋਮਣੀ ਕਮੇਟੀ ਤੋਂ ਲੈ ਕੇ ਦਿੱਲੀ ਕਮੇਟੀ ਤੋਂ ਆਉਂਦੇ ਆਉਂਦੇ ਪੰਚਾਇਤਾਂ ਤੱਕ ਜਿਹੜੇ ਆਮ ਅਜਲਾਸ ਹੋਣੇ ਆ, ਕੋਈ ਰਵਾਇਤ ਨਾਂ ਦੀ ਚੀਜ਼ ਹੀ ਨਹੀਂ ਰਹੀ। ਅੱਜ ਦੇ ਦਿਨ ਦੇ ਵਿੱਚ ਕੋਈ ਉਦਾਹਰਨ ਵੀ ਦੇਣੀ ਹੋਵੇ ਤੇ ਤੁਹਾਨੂੰ ਲੱਭਣਾ ਪੈਂਦਾ ਹੈ ਕਿ ਕਿਹੜੀ ਉਦਾਹਰਨ ਦਈਏ। ਸੋ ਤਕਲੀਫ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਸਮਾਜ ਵਿਕਸਿਤ ਹੋ ਰਿਹਾ, ਸਹੂਲਤਾਂ ਵੱਧ ਰਹੀਆਂ, ਲੇਕਿਨ ਸਾਡੀਆਂ ਜਿਹੜੀਆਂ ਰਵਾਇਤਾਂ ਪਰੰਪਰਾਵਾਂ ਉਹ ਅਸੀਂ ਛੱਕੇ ਤੇ ਟੰਗਦੇ ਜਾ ਰਹੇ ਹਾਂ। ਬਣਦਾ ਤਾਂ ਇਹ ਸੀ ਕਿ ਸਮੇਂ ਦੇ ਵਧਣ ਦੇ ਨਾਲ ਅਸੀਂ ਇਹਨਾਂ ਦਾ ਵਿਸਥਾਰ ਕਰਦੇ, ਡਿਬੇਟ ਵਿੱਚ ਹੁੰਦੇ, ਹਰ ਗੱਲ ਤੇ ਚਰਚਾ ਹੁੰਦੀ। ਸਾਡੀਆਂ ਯੂਨੀਵਰਸਿਟੀਆਂ, ਸਾਡੇ ਕਾਲਜ ਉਸ ਪੱਧਰ ਤੇ ਨਹੀਂ। ਜਦੋਂ ਅਮਰੀਕਨ ਸਮਾਜ ਨੂੰ ਦੇਖਦੇ ਹਾਂ, ਉਹਨਾਂ ਦੀ ਪੜ੍ਹਾਈ ਦਾ ਪੱਧਰ ਉੱਥੋਂ ਤੱਕ ਚਲੇ ਗਿਆ ਜਿੱਥੋਂ ਤੱਕ ਅਸੀਂ ਸੋਚ ਨਹੀਂ ਸਕਦੇ। ਫਿਰ ਅਸੀਂ ਕਹਿੰਦੇ ਹਾਂ ਕਿ ਵਿਕਸਿਤ ਸਮਾਜ ਸਾਡੇ ਨਾਲੋਂ ਵੱਧ ਕਿਵੇਂ ਚਲੇਗੇ। ਸੋ ਜਿਨ੍ਹਾਂ ਲੋਕਾਂ ਨੇ ਨਿੱਠ ਕੇ ਕੰਮ ਕੀਤੇ ਆ, ਉਹਨਾਂ ਲੋਕਾਂ ਨੇ ਤਰੱਕੀਆਂ ਕੀਤੀਆਂ। ਸਾਡੇ ਇੱਥੇ ਸਾਡੇ MLA, ਸਾਡੇ MP ਇਸ ਗੱਲ ਦੀ ਆਵਾਜ਼ ਹੀ ਨਹੀਂ ਉਠਾਉਂਦੇ। ਸਮੂਹਿਕ ਤੌਰ ਤੇ ਆਵਾਜ਼ ਬਣਦੀ ਹੈ। ਕਿਸੇ ਹਲਕੇ ਦੇ MLA ਲਈ ਸਭ ਤੋਂ ਢੁਕਵਾਂ ਮੰਚ ਵਿਧਾਨ ਸਭਾ ਹੁੰਦਾ ਤੇ MP ਲਈ ਸਭ ਤੋਂ ਢੁਕਵਾਂ ਮੰਚ ਪਾਰਲੀਮੈਂਟ। ਇਹਨਾਂ ਦੋਵਾਂ ਥਾਵਾਂ ਤੇ ਉਹਦੀ ਆਵਾਜ਼ ਸੁਣੀ ਵੀ ਜਾਂਦੀ ਹੈ, ਰਿਕਾਰਡ ਵੀ ਹੁੰਦੀ ਹੈ।
ਸੋ ਇਹ ਇਤਿਹਾਸ ਬਣਦੀਆਂ ਨੇ ਚੀਜ਼ਾਂ, ਰਿਕਾਰਡ 'ਚ ਰਹਿੰਦੀਆਂ ਨੇ, ਤੁਸੀਂ ਜਦੋਂ ਮਰਜ਼ੀ ਕਢਾ ਲਓ। ਲੇਕਿਨ ਸਾਡੇ ਲੋਕ ਪਤਾ ਨਹੀਂ ਕਿਹੜੀ ਸੰਗ ਸ਼ਰਮ ਨੇ, ਝਿਜਕ 'ਚ ਨੇ। ਸਰਕਾਰਾਂ ਕਟਹਿਰੇ 'ਚ ਲਿਆਉਣ ਲਈ ਇਹ ਅਦਾਰੇ, ਸਰਕਾਰਾਂ ਤਾਂ ਭੱਜਣਗੀਆਂ, ਪਰ MLA MP ਕਿਉਂ ਭੱਜ ਰਹੇ ਆ, ਇਹਦੀ ਸਮਝ ਨਹੀਂ ਆ ਰਹੀ। ਸੋ ਇਸ ਤਰ੍ਹਾਂ ਦੀਆਂ 2-3 ਹੋਰ ਖਬਰਾਂ ਨੇ, ਲੇਕਿਨ ਮੈਨੂੰ ਇੰਜ ਲੱਗਦਾ ਹੈ ਕਿ ਉਹਨੂੰ ਦਿਨ ਵੇਲੇ ਡਿਸਕਸ ਕਰਾਂਗੇ। ਉਹ ਵੱਡੀਆਂ ਨੇ, ਜ਼ਿਆਦਾ ਚਰਚਾ ਮੰਗਦੀਆਂ ਨੇ। ਚਾਹ ਦੇ ਕੱਪ ਤੇ ਇੰਨਾ ਹੀ, ਔਰ ਤੁਹਾਡੀ ਸਵੇਰ ਬਹੁਤ ਬਿਹਤਰੀਨ ਰਵੇ। ਇਸ ਆਸ ਅਰਦਾਸ ਨਾਲ ਇਹਨੂੰ ਇੱਥੇ ਹੀ ਵਿਰਾਮ ਦਿੰਦੇ ਆ। ਬਹੁਤ ਮਿਹਰਬਾਨੀ।